स्वागत है तुहाडा मेरे चैनल ते। अज मैं शुरू करन जा रही हाँ सिमर दोराहा जी द्वारा लिखी हुई पुस्तक समान दा दूजा भाग, जो कि है बचपन। लो भी मित्रों, 3 अगस्त 1990 ਨੂੰ अपना जन्म पंजाब के लुधियाना जिले के बहुत घैंट कस्बे दोराहे 'ਚ हो गया। ਆਪਾਂ शुरू तो ही लेट कमर सी ते डॉक्टर ने 28 तरीक कही सी ते यार हुणे 30 ਨੂੰ आए। 2 दिन मां ਨੂੰ भी दुखी किया। ਇਹ सिलसिला फिर सारी जिंदगी ही ਚੱਲਿਆ। एक तो मां ਨੂੰ दुखी करन दा ते दूजा हरेक काम 'ਚ दंगे करन दा, चाहे वह किसी जगह जाण दा जां चाहे किसी चीज़ की समझ आउण दा। हर काम 'ਚ आपां रहे लेट, पर चलो कोई नहीं, जो होया सो होया। जमदे ਨੂੰ ही माता दसदी हुंदी सी कि ताई ने देखदे सारी चपेड़ मार दित्ती। मां मेरी ਨੂੰ बड़ा गुस्सा आया भी ਇਹ ਕੀ। ਤਾਂ ताई ने कहा अज तो यह ढीठ हो गया, हुण जिंदगी दे जिन्ने मर्जी लफेड़े वजदे रहण, ਇਹਨੇ ਛੇਤੀ ਰੋਇਆ नहीं करना। ਤੇ ਉਦੋਂ ਕਿਹਨੂੰ ਪਤਾ ਸੀ ਕਿ ਸੋਚ ਸਮਝ ਕੇ ਜਾਂ ਭੋਲੇ ਪਾ ਕਹੀ ਹੋਈ ਗੱਲ ਨਾਲ ਇਹ ਖੁਸ਼ੀ ਤਾਂ ਘੱਟ ਹੁੰਦੀ ਹੈ ਕਿ ਮੈਂ ਸਾਰੀ ਜ਼ਿੰਦਗੀ ਢੀਠ ਰਿਹਾ, ਪਰ ਸਾਲਾ ਦੁੱਖ ਬਹੁਤ ਲੱਗਦਾ ਹੈ ਕਿ ਇਹਦਾ ਫਾਇਦਾ ਚੁੱਕ ਕੇ ਜ਼ਿੰਦਗੀ ਨੇ ਲਫੇੜੇ ਬਹੁਤ ਮਾਰੇ, ਬਹੁਤ ਖੇਡ ਬਣਾ ਲਈ ਸੀ ਜਵਾਕ ਨਾਲ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਬਾਪੂ ਕਿੱਥੇ ਹੈ। ਤੁਸੀਂ ਹਲੇ ਸਿਰਫ ਇਹ ਸੋਚੋ, ਜਿਹਦਾ ਜੰਮਦਾ ਜਵਾਕ ਇੰਨੀ ਦੇਰ ਕਰਨ ਵਾਲਾ ਹੋ, ਉਹਦਾ ਬਾਪਾ ਕਿੰਨਾ ਕੇਅਰਲੈਸ ਹੋ। ਬਾਪੂ ਆਇਆ ਦੂਜੇ ਪਤਾ ਨਹੀਂ ਤੀਜੇ ਦਿਨ, ਦੇਖ ਕੇ ਕਹਿੰਦਾ ਕੀ ਹੋਇਆ। ਮਾਂ ਬਹੁਤ ਖੁਸ਼ ਸੀ ਕਿ ਮੁੰਡਾ ਹੋਇਆ, ਪਰ ਬਾਪੂ ਬਿਨਾਂ ਕਿਸੇ ਪ੍ਰਭਾਵ ਦੇ ਕਹਿੰਦਾ ਅੱਛਾ, ਉਹਨੂੰ ਸ਼ਾਇਦ ਟੈਨਸ਼ਨ ਪੈ ਗਈ ਵੀ ਆ ਤਾਂ ਗਿਆ, ਹੁਣ ਇਹਨੂੰ ਰੱਖਣਾ ਕਿੱਥੇ ਹੈ ਜਾਂ ਇਹਦਾ ਖਰਚਾ ਕੌਣ ਚੱਕੂ ਹੁਣ। ਕਿਉਂਕਿ ਬਾਪੂ ਜਮਾ ਫੱਕਰ ਬੰਦਾ ਸੀ। ਆਪਾਂ ਜਿੰਨਾ ਕਮਾਇਆ ਸ਼ਾਮ ਨੂੰ ਖਰਚ ਲਿਆ ਤੇ ਕੋਈ ਫਿਕਰ ਨਹੀਂ। ਤੇ ਮੈਂ ਤਾਂ ਬਾਪੂ ਦੀਆਂ ਰੜਕਾਂ ਭਰਾਵੋ ਅੱਖਾਂ 'ਚ। ਚਲੋ ਫਿਰ ਵੀ ਮੇਰਾ ਡਰਾਈਵਰ ਬਾਪੂ ਔਖਾ ਸੌਖਾ ਹੋ ਲਿਆ ਟਰੱਕ ਨੂੰ ਵੀ, ਹੁਣ ਆਇਆ ਇਹ ਤਾਂ ਪਾਲਣਾ ਤਾਂ ਪਊ ਨਾ। ਕਿਉਂਕਿ ਰੂਲ ਦੇ ਹਿਸਾਬ ਨਾਲ ਤਾਂ ਬੱਚੇ ਦਾ ਧਿਆਨ ਮਾਂ ਰੱਖਦੀ ਹੈ ਤੇ ਬਾਪ ਪੈਸੇ ਕਮਾਉਂਦਾ। ਵੈਸੇ ਤਾਂ ਉਹ ਕੋਈ ਸੋਸ਼ਲ ਰੂਲ ਮੰਨਣ ਵਾਲਾ ਆਦਮੀ ਹੈ ਨਹੀਂ, ਪਰ ਕੀ ਕਰੇ ਬੰਦਾ, ਘਰ 'ਚ ਤਾਂ ਬੰਦੇ ਨੂੰ ਸੋਚਣਾ ਹੀ ਪੈਂਦਾ ਨਾ ਜੀ। ਫਿਰ ਮੈਨੂੰ ਸਕੂਲ ਲਾਉਣ ਦਾ ਟਾਈਮ ਆ ਗਿਆ। ਮਾਂ ਕਹੇ ਕਿ ਵੱਡੇ ਸਕੂਲ ਲਾਉਣਾ ਤੇ ਬਾਪ ਕਹੇ ਤਾਂ ਠਾਂ ਵੀ ਸਾਲਾ ਵਿਆਹ ਵਾਲਾ ਪੰਗਾ ਹੀ ਲੈ ਲਿਆ। ਕਿਉਂਕਿ ਬਾਪੂ ਤਸੀਰ ਤੋਂ ਮੇਰੇ ਹੋਣ ਤੋਂ ਬਾਅਦ ਤੱਕ ਛੜਾ ਹੀ ਸੀ, ਸ਼ਾਇਦ ਅਜੇ ਤੱਕ ਹੀ। ਉਹਨੇ ਕਦੇ ਆਪਣੇ ਵਿਆਹ ਨੂੰ ਤੇ ਬੱਚਿਆਂ ਨੂੰ ਬੜਾ ਸੀਰੀਅਸ ਲਿਆ ਹੀ ਨਹੀਂ। ਹੁਣ ਤੁਸੀਂ ਇਹ ਨਾ ਕਹੋ ਕਿ ਇਹ ਮਾੜੀ ਗੱਲ ਹੈ, ਇਹ ਕੁਆਲਿਟੀ ਸਾਡੇ ਲਾਣੇਦਾਰ ਦੀ ਵੀ ਹੈ। ਸਾਡਾ ਵਿਆਹ ਕਰਾਉਣਾ ਸਮਾਜਿਕ ਨਿਯਮ ਹੈ ਤੇ ਟੈਨਸ਼ਨ ਨਾ ਲੈਣੀ ਆਪਣਾ ਸੁਭਾਅ। ਆਪਾਂ ਪਹਿਲਾਂ ਸਮਾਜ ਦੀ ਮੰਨਾਂਗੇ ਤੇ ਫਿਰ ਆਪਣੀ ਵੀ ਮਨਾਵਾਂਗੇ। ਲਓ ਵੀ ਬਾਪੂ ਚੱਲ ਪਿਆ ਮਾਤਾ ਨਾਲ ਵੱਡੇ ਸਕੂਲ ਦੇ ਪ੍ਰਿੰਸੀਪਲ ਦੇ ਕੋਲੇ, ਤੇ ਪ੍ਰਿੰਸੀਪਲ ਨੇ ਮਾਤਾ ਦੀ ਕੁਆਲੀਫਿਕੇਸ਼ਨ ਪੁੱਛੀ ਤਾਂ ਉਹਨਾਂ ਨੇ ਕਿਹਾ ਕਿ ਆਈ ਐਮ ਗ੍ਰੈਜੂਏਟ। ਬਾਪੂ ਨੂੰ ਕਹਿੰਦੀ ਮਿਸਟਰ ਸਿੰਘ ਵਾਟਸ ਯੂਅਰ ਕੁਆਲੀਫਿਕੇਸ਼ਨ। ਬਾਪੂ ਕਹਿੰਦਾ ਹਾਂਜੀ ਹਾਂਜੀ ਐਡਮਿਸ਼ਨ। ਮਾਤਾ ਨੇ ਦੇਖ ਕੇ ਘੂਰਿਆ ਤੇ ਪੁੱਛਿਆ ਕਿ ਕਿੰਨੇ ਪੜ੍ਹੇ ਹੋ। ਬਾਪੂ ਕਹਿੰਦਾ ਤੈਨੂੰ ਕਿਹੜਾ ਨਹੀਂ ਪਤਾ, ਤੂੰ ਦੱਸ ਦੇ, ਮੈਂ ਆਇਆ ਮਾੜਾ ਜਿਹਾ। ਬਸ ਉਹ ਦਿਨ ਤੇ ਅੱਜ ਦਾ ਦਿਨ ਨਾ ਬਾਪੂ ਮੇਰੇ ਕਦੇ ਸਕੂਲ 'ਚ ਵੜਿਆ, ਨਾ ਹੀ ਕਦੇ ਕਾਲਜ 'ਚ, ਨਾ ਹੀ ਯੂਨੀਵਰਸਿਟੀ। ਤਾਂ ਸ਼ਾਇਦ ਉਹਨੂੰ ਪਤਾ ਨਾ ਹੋਵੇ ਕਿ ਉਹਦੇ ਜੰਮੇ ਨੇ ਕਿੱਡੀ ਮੱਲ ਮਾਰੀ ਹੈ। ਲੋ ਵੀ ਸਕੂਲ ਤਾਂ ਲਾ ਦਿੱਤਾ, ਹੁਣ ਲੋਕੀ ਕਹਿਣ ਇਹ ਫੀਸ ਕਿਵੇਂ ਭਰਨਗੇ। ਪਰ ਮਾਂ ਮੇਰੀ ਦਲੇਰ ਨਿਕਲੀ, ਪੜ੍ਹਾਉਣ ਲੱਗ ਪਈ ਤੇ ਨੇੜੇ ਦੇ ਹੀ ਸਕੂਲ 'ਚ। ਪਰ ਕਾਹਨੂੰ ਉਹਦੀ ਤਨਖਾਹ ਨਾਲ ਪੂਰੀ ਪਵੇ, ਅਗਲੇ ਭੇਜ ਦਿਆ ਕਰਨ ਵੀ ਬੱਚੇ ਦੀ ਫੀਸ ਨਹੀਂ ਭਰੀ ਹੋਈ। ਇੱਕ ਦਿਨ ਅੱਕ ਚੱਬਿਆ ਤਾਂ ਮਾਤਾ ਆਖੇ ਜੀ ਅਸੀਂ ਗਰੀਬ ਹਾਂ, ਸਾਡੀ ਫੀਸ ਮਾਫ ਕਰ ਦਿਓ। ਪ੍ਰਿੰਸੀਪਲ ਨੇ ਮਾਤਾ ਤੋਂ ਘਰ ਦੇ ਹਾਲਾਤ ਪੁੱਛੇ ਤੇ ਫਿਰ ਉਹਨੇ ਕਿਹਾ ਮੈਮ ਇਹ ਬੱਚੇ ਨੂੰ ਇੱਥੇ ਹੀ ਕਿਉਂ ਪੜ੍ਹਾਉਣਾ ਚਾਹੁੰਦੇ ਹੋ, ਕਿਸੇ ਸਸਤੇ ਸਕੂਲ 'ਚ ਲਾ ਦਿਓ। ਪਰ ਮਾਤਾ ਨੇ ਫਿਰ ਡਾਇਲੋਗ ਮਾਰਨ 'ਚ ਸਿਰਾ ਕਰਾਤਾ। ਆਖੇ ਜੀ ਮੇਰੀ ਬਚਪਨ ਦੀ ਤਮੰਨਾ ਸੀ ਕਿ ਮੇਰੇ ਬੱਚੇ ਅੰਗਰੇਜ਼ੀ ਸਕੂਲ 'ਚ ਪੜ੍ਹਨ, ਬਸ ਆਹ ਦਾ ਚੱਲ ਗਿਆ ਤੇ ਉਹਨੇ ਫੀਸ ਮਾਫ ਕਰਤੀ। ਪਰ ਮੈਂ ਅੱਜ ਤੱਕ ਸੋਚਦਾ ਵੀ ਬਚਪਨ ਦਾ ਸਾਲਾ ਮੇਰੇ ਤੇ ਵੀ ਆਇਆ ਸੀ। ਆਪਣੇ ਮਨ 'ਚ ਕਦੇ ਕਿਉਂ ਨਹੀਂ ਆਇਆ ਵੀ ਮੈਂ PSC ਵਿੱਚ ਪੜ੍ਹਿਆ ਤਾਂ ਮੇਰੇ ਬੱਚੇ ICSE ਤੋਂ ਪੜ੍ਹਨ। ਮੈਨੂੰ ਲੱਗਦਾ ਇਸ ਚੱਕਰ 'ਚ ਮੈਂ ਬਾਪੂ ਤੇ ਗਿਆ। ਫਿਰ ਕੀ ਭਰਾਵੋ, ਹੋਰ ਸੁਣਾਉਣ ਲੱਗਿਆ ਤੁਸੀਂ ਤਾਂ ਕੀ ਬੋਰ ਹੋਣਾ, ਮੈਂ ਆਪ ਹੋ ਜੂ। ਤੁਹਾਨੂੰ ਪਤਾ ਹੀ ਆ ਗਰੀਬ ਲੋਕਾਂ ਦੀ ਜ਼ਿੰਦਗੀ ਕਿੰਨੀ ਸੇਮ ਐਜ਼ ਯੂਜ਼ੂਅਲ ਹੁੰਦੀ ਹੈ। ਹਾਂ ਪਰ ਸਾਲਾ ਬਾਕੀ ਸਭ ਬਾਪੂ ਤੇ ਗਿਆ ਕਿ ਨਾ ਮਾਂ ਦਾ ਇੱਕ ਗੁਣ ਮੇਰੇ 'ਚ ਸੀ, ਮੈਂ ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ, ਜਿਹਨੂੰ ਕਦੇ ਕਦੇ ਦੇਖ ਕੇ ਮੇਰਾ ਬਾਪੂ ਵੀ ਸੋਚਦਾ ਹੋ ਵੀ ਇਹ ਮੇਰੇ ਜੰਮੇ ਅੰਗਰੇਜ਼ੀ ਕਿਵੇਂ ਪੜ੍ਹੀ ਜਾਂਦੇ ਆ। ਪਰ ਉਹਨੂੰ ਮੇਰੀ ਮਾਂ ਵਰਗੀ ਘਰ ਵਾਲੀ ਮਿਲੀ, ਇੰਨਾ ਕੁ ਤਾਂ ਫਰਕ ਪੈਣਾ ਹੀ ਸੀ। ਫਿਰ ਕੀ ਥੋੜ੍ਹਾ ਜਿਹਾ ਹੋਰ ਵੱਡਾ ਹੋਇਆ ਤਾਂ ਲਾਈਫ ਟੋਟਲੀ ਬੋਰਿੰਗ ਨਹੀਂ ਰਹੀ। ਸਾਡੇ ਘਰ ਇੱਕ ਨਵਾਂ ਮੈਂਬਰ ਆਇਆ, ਮੇਰੀ ਭੈਣ। ਜਦ ਮੈਂ 6 ਸਾਲ ਦਾ ਸੀ ਮੈਂ ਕਾਫੀ ਖੁਸ਼ ਵੀ ਸੀ ਕਿ ਸਾਨੂੰ ਕਾਕਾ ਮਿਲਿਆ। ਇਸ ਵਾਰ ਬਸ ਬਾਪੂ ਤੇ ਗੁੱਸਾ ਇਹ ਸੀ ਕਿ ਇਹ ਬੰਦਾ ਇੰਨਾ ਖੁਸ਼ ਕਿਉਂ ਹੈ। ਮੇਰੀ ਵਾਰੀ ਤਾਂ 2 ਦਿਨ ਲੇਟ ਆਇਆ ਸੀ, ਪਰ ਚਲੋ ਕੋਈ ਨਾ, ਮੈਂ ਕਿਹਾ ਬਾਪੂ ਐਦਾ ਹੁਣ ਕਰ ਵੀ ਕੀ ਸਕਦੇ ਹਾਂ। ਪਰ ਉਦੋਂ ਖੁਸ਼ੀ ਜਲਣ 'ਚ ਤਬਦੀਲ ਹੋਈ ਜਦੋਂ ਘਰ ਦੇ ਸਾਰੇ ਰਿਸ਼ਤੇਦਾਰ ਸਭ ਭੈਣ ਨੂੰ ਪਿਆਰ ਕਰਨ ਤੇ ਮੈਨੂੰ ਕੋਈ ਪੁੱਛੇ ਨਾ। ਕੱਲ ਤੱਕ ਤਾਂ ਆਪਾਂ ਇਕੱਲੇ ਮਾਲਕ ਸੀ। ਮੈਂ ਕਿਹਾ ਵੀ ਰਾਤੋਂ ਰਾਤੀ ਸਾਰੀ ਸਲਤਨਤ ਲੁੱਟੀ ਗਈ। ਬਾਪੂ ਨਾਲ ਤਾਂ ਆਪਣੀ ਜੰਮਣ ਵਾਲੇ ਦਿਨ ਤੋਂ ਹੀ ਲਾਗ ਡਾਟ ਸੀ। ਚਲੋ ਇੱਕ ਮਾਂ ਸੀ ਮੇਰੀ, ਉਹ ਵੀ ਸਾਰਾ ਦਿਨ ਭੈਣ ਕੋਲ। ਆਪਾਂ ਰਹਿਣ ਲੱਗ ਪਏ ਇਕੱਲੇ ਇਕੱਲੇ। ਛੋਟੀ ਜਿਹੀ ਨਿੱਕਰ ਸਿਰ ਤੇ ਪਟਾਕਾ
ਸਿਰ 'ਤੇ ਪਟਕਾ, ਜੇਬਾਂ 'ਚ ਹੱਥ, ਬਸ ਸਕੀਮ ਬਣਾ ਰਹੇ ਸੀ ਕਿ ਹੁਣ ਸਾਰੀ ਉਮਰ ਇੱਦਾਂ ਹੀ ਉਦਾਸੀ 'ਚ ਲੰਘੂ। ਫਿਰ ਮਾਮਾ ਇੱਕ ਚੀਜ਼ ਲੈ ਕੇ ਆਇਆ ਸਾਡੇ ਘਰੇ ਤੇ ਉਹ ਅਜੂਬਾ ਹੀ ਸੀ ਤੇ ਇਸ ਸ਼ੈ ਨੂੰ ਕਹਿੰਦੇ ਆ ਟੀਵੀ। ਸਾਲਾ ਕਿਆ ਬਾਤ, ਚੱਲਿਆ ਕਰੇ ਸੁੱਖ ਨਾਲ। ਇੱਕ ਸਾਡੇ ਕੋਲ ਘਰ 'ਚ ਕਮਰਾ, ਹੋਰ ਕਮਰਾ ਨਾ। ਮੇਰੀ ਯੂਨੀਵਰਸਿਟੀ ਤੱਕ ਵੀ ਨਹੀਂ ਸੀ ਤੇ ਉਹਦੇ 'ਚ ਟੀਵੀ ਆਪਾਂ ਨੂੰ ਇੱਕ ਨਵਾਂ ਸਾਥੀ ਮਿਲ ਗਿਆ। ਲੱਗਾ ਕਿ ਰਹਿਣਾ ਸਾਰਾ ਦਿਨ ਜੋ ਕਾਰਟੂਨ ਤੇ ਗੇੜਾ ਦਿੱਤਾ, ਉਹ ਕੀ ਪੋਪੋਏ, ਕੀ ਟੌਮ ਐਂਡ ਜੈਰੀ, ਕੀ ਸ਼ਾਕਾ ਲਾਕਾ ਬੂਮ ਬੂਮ, ਸੋਨਪਰੀ, ਹਾਥੀਮ, ਸ਼ਰਾਰਤ ਆਦਿ। ਬਸ ਸਾਲਾ ਦਿਨੇ ਆਹ ਚੱਲਿਆ ਕਰੇ ਤੇ ਸ਼ਾਮ ਨੂੰ ਮਾਤਾ ਸਾਸ ਬਹੂ ਕੀ ਕਹਾਣੀ ਤੇ ਘਰ ਘਰ ਲਾ ਲਿਆ ਕਰੇ। ਬਾਪੂ ਪੈਗ ਲੱਗੇ 'ਚ ਗਾਲਾਂ ਕੱਢੀ ਜਾਇਆ ਕਰੇ ਜਨਾਨੀਆਂ ਨੂੰ, ਸੀਰੀਅਲ ਵਿਚਲੀਆਂ ਨੂੰ ਦੇਖ ਕਿ ਸਾਲੀਆਂ ਕਿਵੇਂ ਖੇਖਣ ਕਰਦੀਆਂ ਨੇ, ਤੇ ਮਾਤਾ ਕਦੇ ਕਿਸੇ ਦੇ ਮਰੇ ਤੇ ਰੋਣ ਲੱਗ ਜਾਇਆ ਕਰੇ। ਮੈਂ ਸੋਚਾਂ ਖਬਰੇ ਸਾਡੇ ਰਿਸ਼ਤੇਦਾਰ ਨੇ ਇਹ ਸਾਲਾ ਘਰ ਦਾ ਤਾਂ ਪਿਆਰ ਹੀ ਬਹੁਤ ਵੱਧ ਗਿਆ ਟੀਵੀ ਕਰਕੇ। ਜਦੋਂ ਬੰਦਾ ਪੂਰਾ ਖੁਸ਼ ਹੁੰਦਾ ਹੈ ਉਦੋਂ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਆਉਣ ਵਾਲਾ ਕੱਲ੍ਹ ਕਿੰਨਾ ਪੇਚੀਦਾ ਹੈ। ਮੇਰੀ ਮਾਂ ਨੇ ਪਤਾ ਨਹੀਂ ਮੇਰੇ ਤੋਂ ਇਲਾਵਾ ਬਚਪਨ ਦਾ ਕਿਹੜਾ ਸੁਪਨਾ ਪੂਰਾ ਕਰਾਉਣਾ ਸੀ। ਮੈਨੂੰ ਗਲੀ 'ਚ ਇੱਕ ਆਂਟੀ ਕੋਲ ਟਿਊਸ਼ਨ ਲਾਤਾ। ਅਸੀਂ ਉਹਨੂੰ ਚਾਚੀ ਕਹਿੰਦੇ ਸੀ। ਮੇਰੀ ਵੀਰੋ, ਬਸ ਤੁਹਾਨੂੰ ਇੰਨੀ ਦੱਸਾਂ ਕਿ ਇੰਨਾ ਜ਼ੁਲਮ ਹੋਇਆ। ਅੱਜ ਤੁਸੀਂ ਜੇ ਬਾਰਡਰ ਵੀ ਟੱਪ ਜਾਓ ਨਾ ਪਾਕਿਸਤਾਨ ਦਾ, ਤੇ ਉਹ ਫੌਜ ਵੀ ਤੁਹਾਡੇ ਤੇ ਇੰਨੇ ਜ਼ੁਲਮ ਨਹੀਂ ਕਰੂ ਜਿੰਨਾ ਮੇਰੇ ਕਰਕੇ, ਜਿੰਨੇ ਕਿ ਮੇਰੇ ਘਰਦਿਆਂ ਨੇ ਮੇਰੇ ਤੇ ਕੀਤੇ, ਕਿਉਂਕਿ ਟੀਵੀ ਨੇ ਮੈਨੂੰ ਪੜ੍ਹਾਈ ਭੁਲਾਤੀ ਸੀ। ਤੇ ਕੁੱਟ ਫਿਰ ਉਸ ਤੋਂ ਬਾਅਦ ਮੈਨੂੰ ਇੰਨੀ ਪਈ ਕਿ ਹੌਲੀ ਹੌਲੀ ਮੈਨੂੰ ਟੀਵੀ ਵੀ ਭੁੱਲਣਾ ਪੈ ਗਿਆ। ਪਰ ਮਾਂ ਅੱਗੇ ਸੋਚਦੀ ਸੀ। ਮੈਂ ਸੋਚੋ 98 ਨੰਬਰ ਲੈ ਕੇ ਆਇਆ ਸਾਇੰਸ 'ਚ। ਇਹ ਦੇਖ ਕੇ ਤਾਂ ਮੈਂ ਆਪ ਹੈਰਾਨ ਸੀ ਵੀ ਮੇਰੇ ਇੰਨੇ ਨੰਬਰ ਆ ਕਿੱਦਾਂ ਗਏ। ਪਰ ਮੈਂ ਗਿਆ ਆਪਣੇ ਬਾਪੂ 'ਤੇ ਸੀ, ਪੁੱਜ ਕੇ ਸ਼ਰਾਰਤੀ ਤੇ ਕਲਾਸ 'ਚ ਪੂਰਾ ਖੋਰੂ ਪਾਈ ਰੱਖਣਾ। ਯਾਨੀ ਉਹ ਬੱਚਾ ਹੁੰਦਾ ਸੀ ਜਿਹਦੇ ਬਾਰੇ ਜਦ ਨਵੀਂ ਮੈਡਮ ਆ ਕੇ ਪੁੱਛੇ ਵੀ ਕਲਾਸ 'ਚ ਸਭ ਤੋਂ ਸ਼ਰਾਰਤੀ ਕੌਣ ਹੈ, ਤਾਂ ਜਿਵੇਂ ਇਹਨਾਂ ਨੂੰ ਇਹ ਪੁੱਛਿਆ ਗਿਆ ਹੋਵੇ A4 ਬੱਚੇ ਕਿਹੜੇ ਹੈ, ਤਾਂ ਐਪਲ ਰਿਜ਼ਲਟ ਦੇਣ ਲਈ ਮੇਰਾ ਮਾਤਾ ਗਈ। ਉਹ ਕਦੇ ਮਾਤਾ ਵੱਲ ਦੇਖਣ, ਕਦੇ ਮੇਰੇ ਮੰਨੀ। ਮੰਨਣ ਹੀ ਨਾ ਕਿ ਇਹ ਤੁਹਾਡਾ ਜਵਾਕ ਹੀ ਨਹੀਂ। ਤੁਸੀਂ ਇੰਨੇ ਸੋਹਣੇ ਸੁਨੱਖੇ, ਕਾਲੂ ਜਿਹਾ, ਇਲਤੀ ਜਿਹਾ, ਇੱਕ ਨੰਬਰ ਪਤਾ ਨਹੀਂ ਇਹ ਕਿੱਦੋਂ ਲੈ ਆਂਦਾ ਆ, ਕਿਉਂਕਿ ਇਹ ਤਾਂ ਐਬਸੈਂਟ ਮਾਈਂਡਡ ਹੈ। ਇਸ ਗੱਲ ਨੂੰ ਯਾਦ ਰੱਖਿਓ। ਉਸ ਟਾਈਮ ਮੇਰੀ ਮਾਂ ਨੂੰ ਐਬਸੈਂਟ ਮਾਈਂਡਡ ਜੋ ਗੱਲ ਹੈ ਇਹ ਗਾਲ ਵਾਂਗ ਲੱਗੀ ਸੀ। ਅੱਜ ਉਹ ਸੋਚ ਕੇ ਹੈਰਾਨ ਹੁੰਦੀ ਹੈ ਕਿ ਦੁਨੀਆ ਦਾ ਹਰ ਇੱਕ ਕ੍ਰੀਏਟਿਵ ਬੰਦਾ ਸਾਰੀ ਜ਼ਿੰਦਗੀ ਐਬਸੈਂਟ ਮਾਈਂਡਡ ਹੀ ਰਿਹਾ ਹੈ। ਕਦੇ ਐਕਟਿਵ ਮਾਈਂਡਡ ਲੋਕਾਂ ਨੂੰ ਕੁਝ ਅਲੱਗ ਨਹੀਂ ਸਿਰਜਿਆ। ਚਲੋ ਸਿਰਜਿਆ ਤਾਂ ਆਪਾਂ ਵੀ ਕੁਛ ਨਹੀਂ, ਬਸ ਤਸੱਲੀ ਬੜੀ ਹੁੰਦੀ ਹੈ ਯਾਦ ਕਰਕੇ ਕਿ ਮੈਂ ਬਚਪਨ 'ਚ ਐਬਸੈਂਟ ਮਾਈਂਡਡ ਸੀ। ਫਿਰ ਸਭ ਸਹੀ ਸੀ। ਮੇਰਾ ਇੱਕ ਦੋਸਤ ਬਣਿਆ ਵਿਕਾਸ। ਉਹਨਾਂ ਦੀ ਕਾਫੀ ਵੱਡੀ ਦੁਕਾਨ ਸੀ ਮੇਰੇ ਸ਼ਹਿਰ 'ਚ ਕੱਪੜਿਆਂ ਦੀ। ਅਸੀਂ ਦੋਨੋਂ ਬਣ ਗਏ ਦੋਸਤ ਤੇ ਬਸ ਇੱਥੋਂ ਕਹਾਣੀ ਨੇ ਮੋੜ ਲਿਆ, ਕਿਉਂਕਿ ਉਹ ਇੱਕ ਘੈਂਟ ਬਾਪ ਦੀ ਔਲਾਦ ਸੀ। ਉਹਦਾ ਬਾਪ ਵੀ ਪੂਰਾ ਬੇਫਿਕਰਾ ਸੀ, ਯਾਰਾਂ ਦਾ ਯਾਰ, ਤੇ ਸਾਡੇ ਵਾਲਾ ਵੀ। ਬਸ ਅਸੀਂ ਇੱਕੋ ਜਿਹੀਆਂ ਜਿਨਸਾਂ ਇਕੱਠੀਆਂ ਹੋ ਗਈਆਂ। ਚੱਕਰ ਸਿਰਫ ਇਹ ਸੀ ਕਿ ਵਿਕਾਸ ਕੋਲ ਪੈਸੇ ਹੁੰਦੇ ਸਨ ਤੇ ਆਪਾਂ ਮਲੰਗ ਪਹਿਲੇ ਦਿਨ ਤੋਂ ਹੀ। ਪਰ ਉਹਦਾ ਕੋਈ ਯਾਰ ਦੋਸਤ ਨਹੀਂ ਸੀ। ਉਹ ਤਾਂ ਚਲੋ ਆਪਣਾ ਵੀ ਨਹੀਂ ਸੀ। ਆਹ ਪੈਸੇ ਵਾਲਾ ਕੰਮ ਵੀ ਮਾਇਨੇ ਨਹੀਂ ਰੱਖਦਾ ਸੀ। ਪਰ ਵਿਕਾਸ ਨੇ ਬਚਪਨ ਤੋਂ ਲੈ ਕੇ ਅੱਜ ਤੱਕ ਕਦੇ ਪੈਸੇ ਨੂੰ ਮੁੱਖ ਨਹੀਂ ਰੱਖਿਆ। ਸਾਡੀ ਯਾਰੀ ਅੱਜ ਵੀ ਉੱਦਾਂ ਹੀ ਹੈ। ਅੱਛਾ, ਉਹ ਪਤੰਦਰ ਸਾਈਕਲ ਲੈ ਕੇ ਆਇਆ ਕਰੇ। ਸਾਡੇ ਦੁਰਾਹੇ 2002 ਪਤਾ ਨਹੀਂ 2003 'ਚ ਖੁੱਲ੍ਹਿਆ ਸੀ ਮੈਕਡੋਨਲਡ। ਅੱਜ ਇਹ ਸੁਣ ਕੇ ਲੱਗਦਾ ਹੈ ਆਮ, ਪਰ ਉਸ ਟਾਈਮ ਪੂਰੇ ਪੰਜਾਬ 'ਚ ਪਹਿਲਾਂ ਹੀ ਸੀ। ਸਾਡੇ ਘਰ ਤੋਂ 5-6 ਕਿਲੋਮੀਟਰ ਤੇ ਵਿਕਾਸ ਮੈਨੂੰ ਸਾਈਕਲ ਤੇ ਹੀ ਲੈ ਜਾਇਆ ਕਰੇ ਵੀ ਚੱਲ ਤੂੰ ਵੀ, ਤੈਨੂੰ ਇੱਕ ਸਿਰਾ ਚੀਜ਼ ਖਵਾਉਣਾ ਹੈ। ਅਸੀਂ ਖਾਈ ਜਾਇਆ ਕਰਨਾ ਉੱਥੇ ਬੈਠਿਆਂ ਨੇ। ਤੇ ਇਹ ਬਹੁਤ ਬਾਅਦ 'ਚ ਕਾਲਜ ਜਾ ਕੇ ਅਹਿਸਾਸ ਹੋਇਆ ਕਿ ਵਿਕਾਸ ਨੇ ਜਿਹੜੀ ਐਸ਼ 5ਵੀਂ 6ਵੀਂ 'ਚ ਕਰਾਤੀ ਸੀ ਉਹ ਕਾਲਜ ਲੱਗ ਕੇ ਵੀ ਨਹੀਂ ਕੀਤੀ। ਚਲੋ ਜੀ, ਅਸੀਂ ਤਾਂ ਕੰਮ ਹੀ ਬਣਾ ਲਿਆ ਸੀ। ਹਰ ਐਤਵਾਰ ਸਵੇਰੇ ਜਾਣਾ, ਸ਼ਾਮੀ ਆਉਣਾ। ਮੇਰੀ ਮਾਂ ਤਾਂ ਡਰੇ ਵੀ ਇਹਨੇ ਇੰਨੇ ਘੰਟੇ ਜਵਾਕ ਜਾਂਦਾ ਕਿੱਥੇ ਹੈ। ਇੱਕ ਦਿਨ ਮੈਂ ਆਇਆ, ਆਖੇ ਇੰਨੀ ਦੇਰ ਕਿੱਥੇ ਸੀ, ਇੰਨਾ ਟਾਈਮ ਕਿਵੇਂ ਲੱਗ ਗਿਆ। ਮੈਂ ਡਾਇਲੋਗ ਮਾਰਤਾ ਕਿ ਜਿੱਥੇ ਮਰਜ਼ੀ ਜਾਵਾਂ, ਆਊਂਗਾ ਤਾਂ ਘਰ ਹੀ ਨਾ। ਮੈਨੂੰ ਤਾਂ ਲੱਗਿਆ ਸੀ ਵੀ ਘਰ ਦੇ ਅਮਿਤਾਭ ਵਾਂਗੂ ਪ੍ਰਭਾਵ ਮੰਨਣਗੇ, ਪਰ ਮਾਤਾ 'ਚ ਤਾਂ ਜਿਵੇਂ ਚੰਡੀ ਆ ਗਈ। ਕਹਿੰਦੀ ਨਾ ਹੁਣ ਵੀ ਨਾ ਆਉਂਦਾ, ਚੱਕੀ ਫੱਟੀ ਤੇ ਪਹੁੰਚਤਾ ਮੈਨੂੰ। ਘੱਟੋ ਘੱਟ ਜਵਾਨ 2 ਘੰਟੇ ਡਟੇ ਰਹੇ ਮਾਤਾ ਤੋਂ ਛਿੱਤਰ ਪਰੇਡ ਕਰਾਉਣ 'ਚ। ਤੇ ਫਿਰ ਇੱਕ ਦਿਨ ਬਹੁਤ ਅਜੀਬ ਗੱਲ ਹੋਈ। ਵਿਕਾਸ ਕਹੇ ਰਾਤੀ ਜਗਰਾਤੇ ਤੇ ਜਾਣਾ ਆਪਾਂ। ਮੈਂ ਕਿਹਾ 12 ਵਜੇ ਆ ਜੀ। ਮਾਤਾ ਨੂੰ ਕਿਹਾ, ਉਹਨੇ ਮਨਾ ਕਰਤੀ। ਕਹਿੰਦੀ ਦਿਨੇ ਤਾਂ ਜਾਂਦਾ ਹੀ ਸੀ, ਹੁਣ ਰਾਤਾਂ ਨੂੰ ਵੀ ਬਾਹਰ ਰਹਿਣ ਲੱਗ ਪਿਆ। ਹਲੇ 6ਵੀਂ ਤਾਂ ਤੇਰੀ ਜਮਾਤ ਆ, ਤੂੰ ਤਾਂ ਆਪਣੇ ਪਿਓ ਨੂੰ ਵੀ ਕੱਟੀ ਜਾਂਦਾ। ਪਰ ਮੈਨੂੰ ਪਤਾ ਸੀ ਕਿ ਉਹਨੇ ਭੇਜ ਦੇਣਾ। ਇਹ ਨਹੀਂ ਸੀ ਪਤਾ ਕਿ ਮਾਸੀ ਦਾ ਮੁੰਡਾ ਡਾਇਲੋਗ ਮਾਰ ਦੂ। ਕਹਿੰਦਾ ਮਾਸੀ ਤੁਸੀਂ ਇਹਨੂੰ ਰਾਤੀ ਇਕੱਲੇ ਵੀ ਭੇਜ ਦਿੰਦੇ ਹੋ, ਸਾਡੇ ਮੰਮੀ ਤਾਂ ਨਹੀਂ ਕੱਢਦੇ, ਦਿਨੇ ਵੀ ਬਾਹਰ। ਬਸ ਫੇਰ ਕੀ ਸੀ। ਮਾਤਾ ਕਹਿੰਦੀ ਜੇ ਅੱਜ ਗਿਆ ਫਿਰ ਮੈਂ ਤੈਨੂੰ ਦੱਸੂ ਮਾਂ ਕੀ ਹੁੰਦੀ ਹੈ। ਆਪਾਂ ਲਾਈਟ ਲੈ ਗਏ। ਰਾਤ ਨੂੰ ਵਿਕਾਸ ਆਇਆ। ਇੱਕ ਵਾਰ ਤਾਂ ਮੈਂ ਮਨਾ ਕਰਤਾ, ਦੂਜੀ ਵਾਰ ਉਹਨੇ ਕਿਹਾ ਅੱਜ ਯਾਰੀ ਪਰਖਣੀ ਆ। ਮੇਰੀ ਅੰਦਰਲਾ ਬਾਪੂ ਜਾਗ ਗਿਆ। ਮੈਂ ਉਹਦੇ ਨਾਲ ਜਗਰਾਤੇ ਤੇ ਚਲਾ ਗਿਆ। ਤੇ ਦਿਨ ਚੜ੍ਹਦੇ ਨੂੰ ਜਦੋਂ ਘਰ ਆਇਆ, ਮਾਂ ਚੁੱਪ।
ਮੈਂ ਕਿਹਾ ਬਚਾਅ ਹੋ ਗਿਆ। ਬਸ ਕਹਿੰਦੀ ਤਿਆਰ ਹੋ ਜਾ, ਸਕੂਲ ਜਾਣਾ। ਮੈਂ ਤਿਆਰ ਹੋ ਗਿਆ, ਪਰ ਪਹਾੜ ਤਾਂ ਉਦੋਂ ਟੁੱਟਿਆ ਜਦ ਉਹ ਮੈਨੂੰ ਅੰਗਰੇਜ਼ੀ ਸਕੂਲ ਦੀ ਬਜਾਏ ਆਪਣੇ ਛੋਟੇ ਸਕੂਲ ਲੈ ਗਈ। ਉਹ ਦਿਨ ਸ਼ਾਇਦ ਮੇਰੀ ਮਾਂ ਨੇ ਮੇਰੇ ਅੱਗੇ ਤਾਂ ਨਹੀਂ ਰੋਈ, ਕੱਲੀ ਰੋਈ ਹੋ। ਉਹਦਾ ਬਚਪਨ ਦਾ ਸੁਪਨਾ ਤੋੜਿਆ ਸੀ ਮੈਂ। ਪਹਿਲੀ ਵਾਰ ਉਹਨੂੰ ਮੇਰੇ 'ਚ ਬਾਪੂ ਦਿਖਿਆ ਸੀ। ਆਪਾਂ ਵੀ ਕਸਮ ਖਾਧੀ ਕਿ ਇਹਨੂੰ ਜੇ ਮੈਥੋਂ ਪੜ੍ਹਾਈ ਹੀ ਚਾਹੀਦੀ ਹੈ ਤਾਂ ਬਸ ਹੁਣ ਜ਼ਿੰਦਗੀ 'ਚ ਕੁਝ ਵੀ ਕਰਾਂ, ਪੜ੍ਹਾਈ ਤਾਂ ਉੱਥੇ ਤੱਕ ਕਰੂੰ ਜਿੱਥੇ ਤੱਕ ਡਿਗਰੀਆਂ ਹੈਗੀਆਂ ਨੇ। ਬਸ ਫੇਰ ਕੀ ਸੀ, ਵਿਕਾਸ ਨਾਲ ਦੋਸਤੀ ਥੋੜ੍ਹੀ ਘੱਟ ਗਈ। ਉਹਦਾ ਹੋਰ ਸਕੂਲ ਸੀ, ਮੇਰਾ ਹੋਰ, ਪਰ ਇੱਥੇ ਦੇ ਬੱਚੇ ਉੱਥੇ ਵਰਗੇ ਨਹੀਂ ਸੀ। ਕੁੜੀਆਂ ਤੇ ਮੁੰਡਿਆਂ ਦੀਆਂ ਲਾਈਨਾਂ ਅਲੱਗ-ਅਲੱਗ। ਮੁੰਡਾ ਜੇ ਕੁੜੀ ਨੂੰ ਬੁਲਾਉਣ ਤਾਂ ਭੈਣ ਕਹਿ ਕੇ, ਜੇ ਮੈਨੂੰ 7ਵੀਂ 'ਚ ਜਾ ਕੇ ਪਤਾ ਲੱਗਿਆ ਕਿ ਕੁੜੀਆਂ ਤੇ ਮੁੰਡਿਆਂ 'ਚ ਫ਼ਰਕ ਵੀ ਹੁੰਦਾ ਹੈ। ਹਾਂ, ਉਦੋਂ ਤੱਕ ਮੈਨੂੰ ਇੱਕ ਸ਼ੌਂਕ ਪੈ ਗਿਆ ਸੀ, ਉਹ ਸੀ ਗਾਉਣ ਦਾ। ਤਾਏ ਦੀ ਕੁੜੀ ਕਹਿੰਦੀ ਸੀ ਇਹ ਸੋਹਣਾ ਗਾਉਂਦਾ। ਜਦ ਪੜ੍ਹਦਾ ਸੀ ਤਾਂ ਕੱਲੀ ਮਾਂ ਖੁਸ਼ ਹੁੰਦੀ ਸੀ ਜਾਂ ਮਾਂ ਨੂੰ ਦੇਖ ਕੇ ਮੈਂ ਖੁਸ਼ ਹੁੰਦਾ ਸੀ, ਪਰ ਜਦੋਂ ਗਾਉਂਦਾ ਸੀ ਤਾਂ ਮੇਰੇ ਨਾਲ ਹਰ ਸੁਣਨ ਵਾਲੇ ਨੂੰ ਖੁਸ਼ੀ ਹੁੰਦੀ ਸੀ, ਬਸ ਮੇਰੀ ਮਾਂ ਨੂੰ ਛੱਡ ਕੇ। ਉਹਨੂੰ ਇਹ ਸੀ ਵੀ ਪੜ੍ਹ ਲਿਖ ਲਵੇ, ਐਵੇਂ ਫਾਲਤੂ ਕੰਮਾਂ 'ਚ ਨਾ ਪਵੇ। ਇਹ ਕਿਤੇ ਗਾਣੇ ਗੂਣੇ ਗਾਣ ਦਾ ਸਵਾਦ ਹੀ ਬੜਾ ਸੀ। ਉਸ ਤੋਂ ਵੱਧ ਸਵਾਦ ਮੈਨੂੰ ਸੁਣਨ 'ਚ ਆਇਆ। ਗਾਣੇ ਸੁਣੀ ਗਏ, ਫਿਰ ਦਿਨ ਰਾਤ ਉੱਤੋਂ ਮੁੰਡੇ ਮੈਨੂੰ ਸ਼ਾਇਰੀ ਕਿਹਾ ਕਰਨ। ਮੈਂ ਉਹਨਾਂ ਵਰਗੀ ਬੋਲੀ ਬੋਲਿਆ ਕਰਾਂ ਜਿਹਦਾ ਨਤੀਜਾ ਇਹ ਨਿਕਲਿਆ ਕਿ ਅੱਜ ਤੱਕ ਮੇਰੀ ਬੋਲੀ ਮੇਰੇ ਰਿਸ਼ਤੇਦਾਰਾਂ ਨਾਲ ਨਹੀਂ ਮਿਲਦੀ। ਉਹ ਮੈਨੂੰ ਪੇਂਡੂ ਕਹਿੰਦੇ। ਫਿਰ ਬਸ ਮੈਨੂੰ ਇਹ ਗੁੱਸਾ ਇਸ ਗੱਲ ਦਾ ਸੀ ਕਿ ਕੋਈ ਮੇਰੇ 'ਚ ਪੇਂਡੂ ਜਾਂ ਸ਼ਹਿਰੀ ਵਾਲਾ ਫ਼ਰਕ ਨਾ ਕਰੇ। ਮੈਂ ਉਹਨਾਂ ਵਰਗੇ ਹੀ ਪਿੰਡਾਂ ਵਾਲੇ ਗਾਣੇ ਸੁਣੇ ਦਿਨ ਰਾਤ, ਤੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਨ ਕਰਕੇ ਅੰਗਰੇਜ਼ੀ ਤੇ ਮੇਰੀ ਪਕੜ ਸੀ ਤੇ ਮੈਂ ਪੜ੍ਹਾਈ 'ਚ ਵੀ ਅੱਗੇ। ਤੇ ਗਾਣਾ ਸੁਣ ਕੇ ਪਤਾ ਲੱਗਿਆ ਕਿ ਕਿਸੇ ਨਾਲ ਪਿਆਰ ਵੀ ਪਾਉਂਦੇ ਆ ਪਿੰਡਾਂ ਵਾਲੇ। ਬਸ ਇਹਨਾਂ ਚੱਕਰਾਂ 'ਚ ਮੈਂ ਵੀ ਇੱਕ ਕੁੜੀ ਨੂੰ 8ਵੀਂ ਜਮਾਤ ਵਿੱਚ ਹੀ ਪੁੱਛ ਲਿਆ। 1-2 ਦਿਨ ਚਿੱਠੀਆਂ ਆਉਣ ਜਾਣ ਲੱਗੀਆਂ ਤੇ ਫਿਰ ਇਹ ਕਿੱਸਾ ਥੋੜ੍ਹੇ ਦਿਨ ਹੀ ਚੱਲਿਆ, ਕਿਉਂਕਿ ਫਿਰ ਚਿੱਠੀਆਂ ਘਰੇ ਫੜੀਆਂ ਗਈਆਂ। ਮਾਤਾ ਹੁਣ ਮੈਨੂੰ ਕੁੱਟਦੀ ਮਾਰਦੀ ਨਹੀਂ ਸੀ। ਉਹਨੂੰ 8ਵੀਂ 9ਵੀਂ 'ਚ ਐਦਾਂ ਲੱਗਣ ਲੱਗ ਪਿਆ ਸੀ ਕਿ ਇਹਨੇ ਕੁੱਟ ਨਾਲ ਲੋਟ ਨਹੀਂ ਆਉਣਾ, ਪਿਆਰ ਨਾਲ ਹੀ ਆਊ। ਬਸ ਉਹਨੇ ਇੰਨਾ ਕਿਹਾ, ਪੜ੍ਹ ਲੈ ਥੋੜ੍ਹੇ ਸਾਲ, ਫਿਰ ਜੋ ਮਰਜ਼ੀ ਕਰੀ ਜਾਈਂ। ਹੁਣ ਤੁਹਾਨੂੰ ਲੱਗੂ ਵੀ ਮੈਂ ਪ੍ਰਭਾਵਿਤ ਹੋ ਕੇ ਕੁੜੀ ਛੱਡਤੀ ਹੋਊ। ਨਾ ਨਾ ਨਾ, ਜਿੱਥੇ ਮਾਤਾ ਦਾ ਸੁਪਨਾ ਪੂਰਾ ਹੋ ਰਿਹਾ ਸੀ ਪੜ੍ਹਾਈ ਵਾਲਾ, ਹੁਣ ਬੰਦੇ 'ਚ ਆਪਣਾ ਵੀ ਤਾਂ ਘਰ-ਬਾਰ ਸੈੱਟ ਕਰਨਾ ਸੀ। ਇਹੀ ਤਾਂ ਕਹਿੰਦੇ ਸੀ ਗੀਤਾਂ 'ਚ ਕਿ ਪਿੰਡਾਂ ਵਾਲੇ ਕੁੜੀ ਫਸਾਉਂਦੇ ਆ ਤੇ ਫਿਰ ਘਰਦਿਆਂ ਤੋਂ ਚੋਰੀ ਮਿਲਦੇ ਆ, ਫਿਰ ਭੱਜ ਕੇ ਵਿਆਹ ਕਰਾਉਂਦੇ ਆ। ਆਪਾਂ ਸੁਣਦੇ ਸੀ, ਆਪਣੀ ਵਿਉਂਤ ਵੀ ਉਹੀ ਸੀ। ਉਹ ਤਾਂ ਫਿਰ ਕੁੜੀ ਨੂੰ ਹੀ ਟਾਈਮ ਨਾਲ ਲੱਗ ਗਿਆ ਪਤਾ ਵੀ ਇਹ ਮੈਡਮ ਦਾ ਮੁੰਡਾ ਤਾਂ ਮਲੰਗ ਹੈ, ਐਤੋਂ ਤਾਂ ਘੜੀ ਵੀ ਨਹੀਂ ਲੈ ਕੇ ਦੇ ਹੋਣੀ। ਉਹਨੇ ਹੋਰ ਲੱਭ ਲਿਆ। ਫਿਰ ਆਪਾਂ ਵੀ ਨਹੀਂ ਰੋਕਿਆ ਵੀ ਜਾ ਭਾਈ ਤੂੰ ਖੁਸ਼ ਰਹਿ। ਖੁਸ਼ ਉਹਦੇ ਜਾਣ ਤੋਂ ਬਾਅਦ ਅਸੀਂ ਸੁਣੇ ਸਲੀਮ ਤੇ ਕਲੇਰਕੰਠ ਦੇ ਸੈਡ ਸੌਂਗ, ਗਮ ਭਰੇ, ਤੇ ਗਾਇਆ ਕਰੀਏ ਨਾਲ। ਉਹ ਗਮਾਂ ਦੇ ਗੀਤ ਗਾਉਣ ਵਾਲੇ ਇੰਨੇ ਸੁਰੀਲੇ ਸੀ ਕਿ ਗਲੇ 'ਚ ਸੁਰ ਬਹਿ ਗਏ। ਫਿਰ ਗਾਇਆ ਕਰੀਏ ਆਪਾਂ ਵੀ ਸੈਡ ਸੌਂਗ। ਤੇ ਜਦੋਂ ਇਹਨਾਂ ਦੀ ਇੰਟਰਵਿਊ ਸੁਣੀ, ਕਹਿੰਦੀ ਇਹ ਗੀਤ 'ਚੋਂ ਸ਼ਿਵ ਕੁਮਾਰ ਦੀ ਝਲਕ ਪੈਂਦੀ ਹੈ। ਮੈਂ ਕਿਹਾ ਇਹ ਕਿਹੜੀ ਸ਼ੈ ਦਾ ਨਾਂ ਹੈ? ਫਿਰ ਪਤਾ ਲੱਗਿਆ ਕਿ ਬਿਰਹਾ ਦਾ ਸੁਲਤਾਨ ਪੜ੍ਹਨਾ ਪੈਣਾ ਆ। ਦਿਲ ਜੋ ਟੁੱਟਿਆ ਸੀ ਆਪਣਾ, ਮੈਂ 9ਵੀਂ 'ਚ ਸ਼ਿਵ ਪੜ੍ਹਨ ਲੱਗ ਪਿਆ। ਕੁਝ ਅਲੱਗ ਸਵਾਦ ਸੀ ਕਿਤਾਬਾਂ 'ਚ। ਮੈਂ ਹੋਰ ਰਾਈਟਰਸ ਦੀ ਵੀ ਲੈ ਆ। ਕਿਤਾਬਾਂ ਨਾਲ ਦੋਸਤੀ ਕੁਝ ਐਦਾਂ ਹੋ ਗਈ ਕਿ ਅੱਜ ਵੀ ਕਿਹਾ ਮੈਂ ਫਿਰ ਮੈਂ ਕਿਤਾਬਾਂ ਪੜ੍ਹਿਆ ਕਰਾਂ ਤੇ ਸਿਲੇਬਸ ਪੜ੍ਹਾਂ। 10ਵੀਂ 'ਚੋਂ ਬਾਲੇ ਘੈਂਟ ਨੰਬਰ ਲੈ ਕੇ ਪਾਸ ਹੋਇਆ ਸੀ ਤੇ 10ਵੀਂ 'ਚ ਕੁਝ ਆਪ ਲਿਖਣ ਦੀ ਵੀ ਕੋਸ਼ਿਸ਼ ਕੀਤੀ। ਜਿਹੜੀ ਮੈਡਮ ਨੇ ਮੇਰੀ ਪਹਿਲੀ ਗੀਤਕਾਰੀ ਪੜ੍ਹ ਲਈ ਸੀ, ਕਿਉਂਕਿ ਉਹ ਕਿਤਾਬਾਂ ਵਿੱਚ ਜ਼ਿੰਦਗੀ ਨੂੰ ਹੂਬਹੂ ਦਿਖਾਇਆ ਗਿਆ ਸੀ। ਪਰ ਮੈਨੂੰ ਕੀ ਪਤਾ ਸੀ ਕਿਤਾਬਾਂ 'ਚ ਤਾਂ ਅੱਗ ਹੁੰਦੀ ਹੈ, ਇਹਨਾਂ ਨੂੰ ਸਿੱਧਾ ਲਿਖਿਆ ਨਹੀਂ ਜਾਂਦਾ। ਬਸ ਫੇਰ ਕੀ ਸੀ, ਕੁੱਟ ਪੈ ਗਈ ਮੈਡਮ ਤੋਂ। ਮੈਂ ਡਰ ਗਿਆ ਕਿ ਫੇਰ ਕਿਤੇ ਮਾਂ ਨੂੰ ਟੈਨਸ਼ਨ ਨਾ ਹੋ ਜਾਵੇ। ਪਰ ਇਸ ਵਾਰੀ ਮੇਰੀ ਮਾਂ ਨੇ ਇੱਕ ਨਵਾਂ ਹੀ ਕੰਮ ਕੀਤਾ। ਮੈਨੂੰ ਕਹਿੰਦੀ ਜੇ ਲਿਖਣ ਦਾ ਸ਼ੌਂਕ ਹੈ ਇੱਕ ਅਲੱਗ ਕਾਪੀ 'ਤੇ ਲਿਖਿਆ ਕਰ। ਮੈਂ ਬਹੁਤ ਖੁਸ਼ ਹੋਇਆ। 11ਵੀਂ ਤੱਕ ਮੇਰੀ ਸ਼ਿਵ ਕੁਮਾਰ ਪੜ੍ਹਨ ਵਾਲੇ ਦੀ 10 ਤੋਂ 12 ਕੁੜੀਆਂ ਨਾਲ ਫਰੈਂਡਸ਼ਿਪ ਰਹੀ, ਪਰ 11ਵੀਂ 'ਚ ਕੁਝ ਅਲੱਗ ਹੋਇਆ। ਇਸ ਵਾਰ ਅਸੀਂ ਸੱਚੀ ਕੁਝ ਅਲੱਗ ਚੱਕਰ ਪਾ ਲਿਆ ਸੀ। ਕੁੜੀ ਬਾਰੇ ਮਾਤਾ ਨੂੰ ਦੱਸਦਾ ਸੀ। ਸ਼ਾਇਦ ਮੇਰੇ ਵਾਂਗ ਹੀ ਹਰ 10ਵੀਂ ਤੋਂ ਬਾਅਦ 11ਵੀਂ ਚੜ੍ਹੇ ਬੱਚੇ 'ਚ ਇਹ ਅਲੱਗ ਹਾਰਮੋਨ ਚੇਂਜ ਹੁੰਦੇ ਹੈ, ਜਿਸ ਕਰਕੇ ਕਿਸੇ ਦੇ ਚਿਹਰੇ 'ਤੇ ਬੇਇੰਤਹਾ ਮੁਹੱਬਤ ਹੋ ਜਾਂਦੀ ਹੈ। ਬੰਦਾ ਸੋਚਦਾ ਹੈ ਕਿ ਇਹੀ ਹੈ ਮੇਰੀ ਸਭ ਕੁਝ। ਮੈਂ ਆਪਣੀ ਮਾਂ ਨੂੰ ਸਭ ਕੁਝ ਦੱਸਦਾ ਕਿ ਤਾਂ ਉਹ ਮੇਰੀ ਮਾਂ ਕੋਲ ਘਰ ਵੀ ਆਉਂਦੀ ਰਹੀ। ਉਹਨਾਂ ਵੇਲਿਆਂ 'ਚ ਮੇਰੀ ਮਾਂ ਨੂੰ ਪਤਾ ਸੀ ਕਿ ਹੁਣ ਕੁਝ ਚੇਂਜ ਬਹੁਤ ਅਲੱਗ ਆ ਗਏ ਨੇ ਮੇਰੀ ਉਮਰ ਵਾਲਿਆਂ 'ਚ। ਤੇ ਉਹਨੇ ਮੈਨੂੰ ਇੱਕ ਦਿਨ ਬਿਠਾ ਕੇ ਇੱਕ ਗੱਲ ਕਹੀ ਕਿ ਦੇਖ, ਕੁਦਰਤ ਦਾ ਨਿਯਮ ਹੈ ਪਿਆਰ ਕਰਨਾ ਤੂੰ ਕਰ, ਮੈਂ ਨਹੀਂ ਰੋਕਦੀ। ਪਰ ਅੱਜ ਕੁਦਰਤ ਦਾ ਇੱਕ ਹੋਰ ਨਿਯਮ ਪੱਲੇ ਬੰਨ੍ਹ ਲੈ, ਜੋ ਬੀਜੇਗਾ ਉਹ ਵੱਢੇਗਾ ਜ਼ਰੂਰ। ਆਪਣੇ ਘਰ ਵੀ ਇੱਕ ਕੁੜੀ ਹੈ। ਕੁਝ ਵੀ ਅਜਿਹਾ ਨਾ ਕਰੀ ਜ਼ਿੰਦਗੀ 'ਚ ਕਿ ਵੱਢਣਾ ਔਖਾ ਹੋ ਜੇ। ਪਤਾ ਨਹੀਂ ਮਾਂ ਦੇ ਉਹਨਾਂ ਬੋਲਾਂ 'ਚ ਕੀ ਸੀ ਕਿ ਮੈਂ ਆਪਣੀ ਜ਼ਿੰਦਗੀ 'ਚ ਹੁਣ ਤੱਕ 20 ਤੋਂ 25 ਕੁੜੀਆਂ ਨਾਲ ਰਿਲੇਸ਼ਨ 'ਚ ਰਿਹਾ। ਜਦ ਤੱਕ ਕਿਸੇ ਨੂੰ ਟੱਚ ਕਰਨ ਲੱਗਦਾ ਸੀ ਤਾਂ ਇਹ ਗੱਲ ਕੰਨਾਂ 'ਚ ਗੂੰਜ ਪੈਂਦੀ ਸੀ, ਜੋ ਬੀਜੇਗਾ ਵੱਢੇਗਾ ਵੀ। ਤੇ ਕਦੇ ਹੌਸਲਾ ਹੀ ਨਹੀਂ ਪਿਆ। ਤੇ ਫਿਰ ਯਾਰ ਹੋਣਾ ਨੂੰ ਜਦੋਂ ਮਾਤਾ ਦਾ ਡਰ ਨਾ ਰਿਹਾ ਤਾਂ ਬਸ ਪਿਆਰ ਹੀ ਕੀਤਾ। ਪੜ੍ਹੇ ਨਹੀਂ। ਨਤੀਜਾ ਇਹ ਨਿਕਲਿਆ ਕਿ ਆਪਾਂ ਜ਼ਿੰਦਗੀ 'ਚ ਪਹਿਲੀ ਵਾਰ ਫੇਲ ਹੋ ਗਏ। ਮੇਰੀ ਮਾਂ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਕਿ ਤੇਰੀਆਂ ਟਿਊਸ਼ਨਾਂ 'ਤੇ ਇੰਨੇ ਖਰਚੇ ਆਏ, ਤੇਰੀਆਂ ਫੀਸਾਂ 'ਤੇ।
ਹੁਣ ਉਹਨੂੰ ਵੀ ਪਤਾ ਸੀ ਕਿ ਮੈਂ ਬਾਪੂ 'ਤੇ ਗਿਆ ਤੇ ਬੇਫਿਕਰ ਹਾਂ, ਤਾਂ ਮਾਂ ਵਾਂਗ ਆਪਣੀ ਮਾਂ ਦਾ ਵੀ ਮੈਂ ਬਹੁਤ ਕਰਦਾ ਸੀ। ਹੁਣ ਉਹਨੇ ਚੁੱਪ ਕਰਕੇ ਮੈਨੂੰ ਸਮਝਾਉਣਾ ਸਿੱਖ ਲਿਆ। ਜਿਸ ਦਿਨ ਸਕੂਲ ਬਦਲਿਆ ਸੀ ਤਾਂ ਕਸਮ ਖਾਧੀ ਸੀ ਕਿ ਹੁਣ ਪੜ੍ਹ ਕੇ ਦਿਖਾਊਂਗਾ, ਤੇ ਇਹ ਹੁਣ ਕੱਲਾ ਮਾਂ ਦਾ ਹੀ ਨਹੀਂ, ਮੇਰੀ ਕਸਮ ਦਾ ਵੀ ਸਵਾਲ ਸੀ। ਮੈਂ ਬੇਵਫਾ ਹੋ ਕੇ ਆਪਣੇ ਪਿਆਰ ਨੂੰ ਸਲਾਮ ਕਰ ਦਿੱਤੀ, ਕਿਉਂਕਿ ਕਿਸੇ ਦਾ 2 ਸਾਲ ਦਾ ਪਿਆਰ ਮੇਰੀ ਮਾਂ ਦੇ ਇੰਨਾਂ ਸਾਲਾਂ ਦੇ ਸੰਤਾਪ ਦੇ ਸਾਹਮਣੇ ਕੁਝ ਵੀ ਨਹੀਂ ਸੀ। ਫਿਰ ਦੁਬਾਰਾ ਮੈਂ ਉਹ ਕਲਾਸ ਕੀਤੀ ਤੇ ਸਭ ਤੋਂ ਔਖਾ ਮੈਥ ਸੀ ਤੇ ਬਹੁਤ ਔਖਾ ਮੈਂ ਪੇਪਰ ਦਿੱਤਾ। ਦੂਜੀ ਵਾਰੀ ਹੱਥ ਬੰਨ੍ਹ ਕੇ ਰੱਬ ਨੂੰ ਕਿਹਾ ਕਿ ਯਾਰ ਅੱਜ ਕਢਾ ਦੇ, ਮੁੜ ਕੇ ਜ਼ਿੰਦਗੀ 'ਚ ਪੰਗਾ ਨਾ ਲਊਂਗਾ ਮੈਥ ਨਾਲ। ਸਾਡਾ ਕੁਦਰਤੀ ਪੇਪਰ ਨਿਕਲ ਗਿਆ ਮੇਰਾ। ਹੁਣ ਅਸੀਂ ਸਕੂਲ ਪਾਸ ਆਊਟ ਸੀ ਤੇ ਹੁਣ ਸਭ ਸਹੀ ਸੀ। ਸਾਡਾ ਲਾਣੇਦਾਰ ਪਾਰਟਨਰਸ਼ਿਪ 'ਚ ਟਰੱਕ ਚਲਾ ਰਿਹਾ ਸੀ, ਬਹੁਤ ਮਿਹਨਤ ਕਰਦਾ, ਦਿਨ ਰਾਤ ਲੱਗਿਆ ਰਹਿੰਦਾ, ਪਰ ਜਿੰਨੇ ਵੀ ਪੈਸੇ ਆਉਂਦੇ ਉਹ ਆਪਣੇ ਪਾਰਟਨਰ ਨੂੰ ਦੇ ਦਿੰਦਾ। ਬਸ ਇੱਕ ਚੀਜ਼ ਮਾੜੀ ਸੀ, ਹੁਣ ਮਾਤਾ ਇਕੱਲੀ ਕੰਮ ਕਰਕੇ ਕਮਾਉਂਦੀ, ਸਾਡੀਆਂ ਫੀਸਾਂ ਭਰਦੀ ਤੇ ਦੇਖੀ ਨਹੀਂ ਸੀ ਜਾਂਦੀ, ਪਰ ਉਹ ਤੋਂ ਪੈਸੇ ਵੀ ਨਹੀਂ ਸੀ ਹੁੰਦੇ। ਉਹਨੇ ਇੱਕ ਗਲਤ ਕੰਮ ਕਰਨਾ ਸ਼ੁਰੂ ਕੀਤਾ, 4-5 ਕਿਲੋ ਭੁੱਕੀ ਲਿਆ ਕੇ ਆਏ ਗੇੜੇ ਵੇਚ ਦਿਆ ਕਰੇ ਤੇ ਘਰੇ ਫੜਾ ਦਿਆ ਕਰੇ। ਇਹ ਚੀਜ਼ ਦਾ ਚਸਕਾ ਉਸ ਘੱਟ ਪੜ੍ਹੇ ਲਿਖੇ ਨੂੰ ਤਾਂ ਹੌਲੀ ਹੌਲੀ ਪੈ ਹੀ ਗਿਆ ਸੀ, ਸਾਨੂੰ ਵੀ ਪੈ ਗਿਆ ਕਿ ਬਾਪੂ ਅਮੀਰ ਹੋ ਗਿਆ। ਬਸ ਮੇਰੀ ਮਾਂ ਰੋਂਦੀ ਰਿਹਾ ਕਰੇ, ਇਹਨਾਂ ਨੂੰ ਪਾਲਣ ਲਈ ਇਹ ਕੰਮ ਪਾਲ ਪੋਸ ਕੇ ਵੀ ਕੀ ਫਾਇਦਾ, ਇਹ ਕੰਮ ਆਪਣੀਆਂ ਜੜ੍ਹਾਂ 'ਚ ਬਹਿ ਜੂ, ਜੋ ਬੀਜਣਾ ਵੱਢਣਾ ਵੀ ਪੈਣਾ। ਇਹ ਗੱਲ ਤਾਂ ਮਾਂ ਬਾਰ-ਬਾਰ ਕਿਹਾ ਕਰੇ। ਇਹਨਾਂ ਦੇ ਵਿਆਹ ਵੀ ਨਹੀਂ ਹੋਣੇ। ਸਾਨੂੰ ਲੱਗੇ ਵੀ ਮਾਤਾ ਐਵੇਂ ਮਾਰੀ ਜਾਂਦੀ ਹੈ, ਪਰ ਛੇਤੀ ਹੀ ਬਾਪੂ ਦੇ ਟਰੱਕ ਦਾ ਐਕਸੀਡੈਂਟ ਹੋ ਗਿਆ। ਮੈਨੂੰ ਕੰਮ ਤੇ ਲੱਗਣਾ ਪੈ ਗਿਆ ਤੇ ਰਿਸ਼ਤੇਦਾਰ ਮਾਤਾ ਨੂੰ ਕਹਿਣ ਲੱਗੇ, ਹੁਣ ਕਾਲਜ ਦਾ ਖਰਚਾ ਕਿਵੇਂ ਚੱਕੋਗੇ, ਇਹਨੂੰ ਕੰਮ ਤੇ ਲਾ ਦਿਓ। ਮੈਥੋਂ ਵੀ ਮਾਤਾ ਕੰਮ ਕਰਦੀ ਦੇਖੀ ਨਹੀਂ ਸੀ ਜਾਂਦੀ ਇਕੱਲੀ। ਮੈਂ ਕੰਮ ਤੇ ਲੱਗ ਗਿਆ। ਮਾਤਾ ਕਿਹਾ ਕਰੇ ਮੈਂ ਗਹਿਣੇ ਧਰ ਦਿੰਦੀ ਹਾਂ, ਤੂੰ ਕੰਮ ਛੱਡ, ਜੋ ਪੜ੍ਹਨਾ ਪੜ੍ਹ। ਪਰ ਮੈਨੂੰ ਲੱਗੇ ਨਹੀਂ, ਜ਼ਿੰਦਗੀ ਨੂੰ ਸ਼ਾਇਦ ਆਹੀ ਮਨਜ਼ੂਰ ਸੀ ਕਿ ਮੈਂ ਗਰੀਬ ਪਰਿਵਾਰ 'ਚ ਜੰਮਾਂ ਤੇ ਮਰ ਜਾਵਾਂ। ਉਦੋਂ ਤੱਕ ਬਾਪੂ ਦਾ ਨਾਮ ਸਾਰੇ ਪਾਸੇ ਮਸ਼ਹੂਰ ਹੋ ਗਿਆ ਸੀ ਭੁੱਕੀ ਵੇਚਣ ਵਾਲੇ ਤੋਂ। ਸਾਡੇ ਘਰ ਭੁੱਕੀ ਅਸੀਂ ਇੱਦਾਂ ਦੇਖਦੇ ਸੀ ਜਿਵੇਂ ਟਰੱਕ ਵੇਲੇ ਜਿਵੇਂ ਲੋਕਾਂ ਦੇ ਘਰ ਆਟਾ ਹੁੰਦਾ, ਪਰ ਜਿਹੜੀ ਘਰ ਵਾਲੀ ਕੰਮ ਕਰਕੇ ਬੱਚਾ ਪੜ੍ਹਾ ਰਹੀ ਹੋਵੇ, ਦਿਨ ਰਾਤ ਟਰੱਕ ਚਲਾ ਕੇ ਪੈਸੇ ਪਾਰਟਨਰ ਖਾ ਰਿਹਾ ਹੋਵੇ ਤੇ ਬੱਚੇ ਵਿਚਾਰੇ ਤਰਸਦੇ ਹੋਣ, ਉਹਦੇ ਲਈ ਮਸ਼ਹੂਰੀ ਜਾਂ ਬਦਨਾਮੀ ਫਿਰ ਕੋਈ ਮਾਇਨੇ ਨਹੀਂ ਰੱਖਦੀ। ਉਹ ਉਹੀ ਕਰਦਾ ਜੋ ਹਾਲਾਤ ਕਰਾਉਂਦੇ ਨੇ। ਤੇ ਅੱਜ ਲਈ ਇੰਨਾ ਹੀ। ਮਿਲਦੇ ਹਾਂ ਅਗਲੇ ਭਾਗ ਦੇ ਵਿੱਚ ਅਗਲੀ ਵੀਡੀਓ ਦੇ ਨਾਲ। ਟਿਲ ਦੈਨ ਟੇਕ ਕੇਅਰ।